ਮੇਰਾ ਨਾਮ ਕੰਚਨ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ। ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ ਅਤੇ ਬਹੁਤ ਸੁੰਦਰ ਸੀ। ਅਸੀਂ ਇੱਕ ਅਜਿਹੇ ਇਲਾਕੇ ਵਿੱਚ ਰਹਿੰਦੇ ਸੀ ਜਿੱਥੇ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਸਨ, ਪਰ ਸਾਡਾ ਘਰ ਛੋਟਾ ਸੀ। ਪਰ ਮੈਂ ਖੁਸ਼ ਸੀ ਕਿ ਮੇਰੇ ਮਾਤਾ ਪਿਤਾ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ ਸੀ। ਮੈਂ ਚਾਹੁੰਦੀ ਸੀ ਕਿ ਅਸੀਂ ਇੱਕ ਚੰਗੇ ਅਤੇ ਪੌਸ਼ ਖੇਤਰ ਵਿੱਚ ਰਹੇ। ਸਾਡਾ ਪਹਿਲਾਂ ਜੋ ਘਰ ਸੀ ਉਹ ਬਹੁਤ ਤੰਗ ਗਲੀ ਵਿੱਚ ਸੀ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਮੇਰੀ ਇੱਛਾ ਦੇਖ ਕੇ ਮੇਰੇ ਪਿਤਾ ਜੀ ਆਪਣੇ ਦਫ਼ਤਰ ਵਿੱਚ ਜਿੰਨਾ ਹੋ ਸਕੇ ਜ਼ੋਰ ਪਾਇਆ ਕਿ ਮੈਨੂੰ ਦਫ਼ਤਰ ਦੀ ਤਰਫੋਂ ਘਰ ਦਿੱਤਾ ਜਾਵੇ। ਪਿਤਾ ਦੀ ਨੌਕਰੀ ਕਰਕੇ ਸਾਨੂੰ ਇਹ ਘਰ ਮਿਲਿਆ ਹੈ। ਬਾਅਦ ਵਿੱਚ ਮੇਰੇ ਪਿਤਾ ਨੇ ਇਹ ਘਰ ਕਿਸ਼ਤਾਂ ਤੇ ਖਰੀਦਿਆ। ਮੈਨੂੰ ਅਮੀਰ ਬਣਨ ਦਾ ਬਹੁਤ ਸ਼ੌਂਕ ਸੀ। ਮੈਨੂੰ ਅਮੀਰਾਂ ਦੀ ਜ਼ਿੰਦਗੀ ਜੀਣਾ ਪਸੰਦ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਅਮੀਰਾਂ ਦੀ ਜ਼ਿੰਦਗੀ ਵਿੱਚ ਕੋਈ ਤਣਾਅ ਨਹੀਂ ਹੈ। ਜਦੋਂ ਵੀ ਮਨ ਕਰੇ ਸ਼ਾਪਿੰਗ ਕਰਨ ਜਾਓ, ਜਦੋਂ ਮਰਜ਼ੀ ਹੋਟਲਾਂ 'ਚ ਖਾਓ। ਪਰ ਮੈਨੂੰ ਪਤਾ ਸੀ ਕਿ ਮੇਰੀ ਕਿਸਮਤ ਨਹੀਂ ਬਦਲਣ ਵਾਲੀ। ਜਿਸ ਤਰ੍ਹਾਂ ਅਸੀਂ ਸੀ, ਮੇਰੇ ਲਈ ਉਸੇ ਤਰ੍ਹਾਂ ਦਾ ਰਿਸ਼ਤਾ ਆਉਣਾ ਸੀ। ਅਸੀਂ ਸਾਰੀ ਉਮਰ ਬਹੁਤ ਸੁਪਨੇ ਵੇਖੇ ਸਨ ਅਤੇ ਭਵਿੱਖ ਵਿੱਚ ਵੀ ਸੁਪਨੇ ਦੇਖਦੇ ਰਹਿ ਜਾਣਾ ਸੀ। ਸਾਡੇ ਘਰ ਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀ। ਇੱਕ ਦਿਨ ਮੈਂ ਉਸੇ ਪਾਰਕ ਵਿੱਚ ਜਾ ਰਹੀ ਸੀ। ਇੱਕ ਬੁੱਢੀ ਔਰਤ ਮੇਰੇ ਸਾਹਮਣੇ ਆ ਕੇ ਤਿਲਕ ਗਈ। ਮੈਂ ਝੱਟ ਉਸਦੇ ਵੱਲ ਵਧੀ ਅਤੇ ਉਸਦੇ ਡਿੱਗਣ ਤੋਂ ਪਹਿਲਾਂ ਉਸਦਾ ਹੱਥ ਫੜ ਲਿਆ। ਫਿਰ ਬੜੀ ਮੁਸ਼ਕਲ ਨਾਲ ਉਸ ਨੂੰ ਬੈਂਚ ਤੇ ਬਿਠਾਇਆ। ਮੈਂ ਉਸਦੇ ਕੱਪੜੇ ਸਾਫ਼ ਕਰਨ ਲੱਗ ਪਈ। ਉਸ ਨੇ ਬਹੁਤ ਹੀ ਖੂਬਸੂਰਤ ਸਾੜੀ ਪਾਈ ਹੋਈ ਸੀ ਜੋ ਬਹੁਤ ਮਹਿੰਗੀ ਲੱਗ ਰਹੀ ਸੀ। ਉਹ ਮੈਨੂੰ ਪੁੱਛਣ ਲੱਗੀ, ਤੁਸੀਂ ਕੀ ਕਰ ਰਹੇ ਹੋ? ਮੈਂ ਕਿਹਾ, ਕੋਈ ਗੱਲ ਨਹੀਂ, ਤੁਹਾਡੇ ਕੱਪੜੇ ਖਰਾਬ ਹੋ ਗਏ ਹਨ, ਮੈਂ ਉਹਨਾਂ ਨੂੰ ਸਾਫ਼ ਕਰ ਰਹੀ ਹਾਂ। ਉਸਨੇ ਮੇਰਾ ਧੰਨਵਾਦ ਕੀਤਾ, ਫਿਰ ਮੇਰਾ ਨਾਮ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ। ਮੈਂ ਕਿਹਾ, ਸਾਹਮਣੇ ਵਾਲਾ ਘਰ ਮੇਰਾ ਘਰ ਹੈ। ਉੱਥੋਂ ਹੀ ਮੈਂ ਕਈ ਵਾਰ ਪਾਰਕ ਵਿੱਚ ਆ ਜਾਂਦੀ ਸੀ। ਮੇਰੀ ਵੀ ਇੱਕ ਸਹੇਲੀ ਹੈ, ਮੈਂ ਉਸ ਨਾਲ ਗੱਲ ਕਰਦੀ ਹਾਂ। ਉਸ ਨੇ ਦੱਸਿਆ ਕਿ ਜਦੋਂ ਮੈਂ ਫਿਸਲੀ ਤਾਂ ਆਸ-ਪਾਸ ਹੋਰ ਵੀ ਕਈ ਲੋਕ ਮੌਜੂਦ ਸਨ, ਪਰ ਕੋਈ ਵੀ ਮੇਰੀ ਮਦਦ ਲਈ ਨਹੀਂ ਆਇਆ। ਫਿਰ ਤੁਸੀਂ ਮੇਰੀ ਮਦਦ ਕਿਉਂ ਕੀਤੀ? ਤੁਸੀਂ ਅਜਿਹਾ ਕਿਉਂ ਕੀਤਾ? ਮੈਂ ਕਿਹਾ, ਮੇਰੀ ਮਾਂ ਮੈਨੂੰ ਸਭ ਕੁਝ ਸਿਖਾਉਂਦੀ ਹੈ। ਉਹ ਕਹਿੰਦੀ ਹੈ, ਜਦੋਂ ਤੁਹਾਨੂੰ ਦੂਜਿਆਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਸ ਨੂੰ ਨਾ ਗਵਾਓ, ਕਿਉਂਕਿ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜੋ ਦੂਜਿਆਂ ਦੀ ਮਦਦ ਕਰਦੇ ਹਨ। ਮੈਂ ਉਸ ਬਜ਼ੁਰਗ ਔਰਤ ਨੂੰ ਆਪਣਾ ਨਾਮ ਦੱਸਿਆ ਅਤੇ ਦੂਰੋਂ ਹੀ ਉਸ ਨੂੰ ਆਪਣਾ ਘਰ ਵੀ ਦਿਖਾਇਆ, ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਔਰਤ ਅਜਿਹਾ ਕੁਝ ਕਰੇਗੀ ਜਿਸ ਨਾਲ ਮੈਂ ਹੈਰਾਨ ਹੋ ਜਾਵਾਂਗੀ। ਅਗਲੇ ਦਿਨ ਉਹ ਮੈਨੂੰ ਪਾਰਕ ਵਿੱਚ ਦੁਬਾਰਾ ਮਿਲੀ। ਉਸ ਦੇ ਨਾਲ ਇੱਕ ਮੁੰਡਾ ਵੀ ਸੀ ਜੋ ਮੇਰੀ ਉਮਰ ਦਾ ਲੱਗਦਾ ਸੀ। ਉਸਨੇ ਮੈਨੂੰ ਦੂਰੋਂ ਦੇਖਿਆ ਅਤੇ ਫਿਰ ਮੈਨੂੰ ਨੇੜੇ ਆਉਣ ਦਾ ਇਸ਼ਾਰਾ ਕੀਤਾ। ਮੈਂ ਵੀ ਉਸਦੇ ਕੋਲ ਚਲੀ ਗਈ। ਮੈਂ ਉਸ ਨੂੰ ਨਮਸਕਾਰ ਕੀਤਾ। ਉਹ ਮੈਨੂੰ ਇਸ ਤਰ੍ਹਾਂ ਮਿਲੀ ਜਿਵੇਂ ਅਸੀਂ ਇੱਕ ਦੂਜੇ ਨੂੰ ਸਦੀਆਂ ਤੋਂ ਜਾਣਦੇ ਹਾਂ। ਫਿਰ ਉਸ ਲੜਕੇ ਨਾਲ ਮੇਰੀ ਜਾਣ ਪਛਾਣ ਕਰਵਾਈ ਜੋ ਉਸਦਾ ਪੁੱਤਰ ਸੀ। ਉਸਦਾ ਨਾਮ ਪ੍ਰਸ਼ਾਂਤ ਸੀ। ਬਜ਼ੁਰਗ ਔਰਤ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਪੁੱਤਰ ਪ੍ਰਸ਼ਾਂਤ ਨੂੰ ਆਪਣਾ ਦੋਸਤ ਸਮਝੋ ਅਤੇ ਉਸ ਨਾਲ ਗੱਲ ਕਰੋ। ਮੈਨੂੰ ਇਸ ਔਰਤ ਦਾ ਬਿਆਨ ਬਹੁਤ ਅਜੀਬ ਲੱਗਾ। ਮੈਂ ਕਿਉਂ ਉਸ ਅਜਨਬੀ ਨਾਲ ਗੱਲ ਕਰਾਂ ਅਤੇ ਕਿਉਂ ਉਸ ਨੂੰ ਆਪਣਾ ਦੋਸਤ ਸਮਝਾਂ? ਮੈਂ ਕਿਹਾ ਕਿ ਮੈਂ ਘਰ ਜਾਣਾ ਹੈ। ਮੈਨੂੰ ਆਈ ਨੂੰ ਕਾਫੀ ਦੇਰ ਹੋ ਚੁੱਕੀ ਸੀ। ਅੱਜ ਵੀ ਮੇਰੀ ਦੋਸਤ ਨਹੀਂ ਆਈ ਸੀ, ਇਸ ਲਈ ਮੈਂ ਅੱਜ ਜਲਦੀ ਵਾਪਸ ਜਾਣਾ ਸੀ। ਉਸ ਨੇ ਸ਼ਾਇਦ ਮੇਰੀ ਘਬਰਾਹਟ ਨੂੰ ਮਹਿਸੂਸ ਕੀਤਾ। ਉਸ ਨੇ ਕਿਹਾ, ਠੀਕ ਹੈ, ਤੁਸੀਂ ਕੁਝ ਦੇਰ ਮੇਰੇ ਕੋਲ ਬੈਠੋ ਅਤੇ ਫਿਰ ਘਰ ਚਲੇ ਜਾਓ। ਫਿਰ ਬੁੱਢੀ ਔਰਤ ਨੇ ਮੁਸਕਰਾਇਆ ਅਤੇ ਮੈਨੂੰ ਕਿਹਾ, ਤੁਸੀਂ ਜਾਣਦੇ ਹੋ ਕਿ ਰੱਬ ਤੁਹਾਨੂੰ ਪੁੰਨ ਕਰਨ ਦਾ ਮੌਕਾ ਦੇਣ ਵਾਲਾ ਹੈ। ਮੈਂ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਅਤੇ ਤੁਹਾਨੂੰ ਕਿਵੇਂ ਪਤਾ ਹੈ ਕਿ ਮੈਨੂੰ ਪੁੰਨ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਪੁੰਨ ਦਾ ਕੰਮ ਕੀ ਹੋਵੇਗਾ? ਮੈਂ ਉਸ ਨੂੰ ਇੱਕੋ ਵਾਰ ਕਈ ਸਵਾਲ ਵੀ ਪੁੱਛੇ ਸਨ। ਉਸ ਨੇ ਕਿਹਾ, ਇਹ ਪੁੰਨ ਬਹੁਤ ਵੱਡਾ ਹੈ, ਇਸ ਲਈ ਮੈਨੂੰ ਇਸ ਤੋਂ ਵੱਡੇ ਨਤੀਜੇ ਮਿਲਣਗੇ, ਪਰ ਤੁਹਾਨੂੰ ਇਸ ਦੇ ਲਈ ਮਜ਼ਬੂਤ ਹੋਣਾ ਪਵੇਗਾ। ਤੁਹਾਨੂੰ ਬਹੁਤ ਹੁਸ਼ਿਆਰ ਹੋਣਾ ਪਵੇਗਾ। ਮੈਨੂੰ ਦੱਸੋ ਕਿ ਤੁਸੀਂ ਇਹ ਕਰ ਸਕਦੇ ਹੋ। ਮੈਂ ਕਿਹਾ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਕੀ ਕਹਿ ਰਹੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਉਸ ਨੂੰ ਸਪਸ਼ਟ ਅਤੇ ਵਿਸਥਾਰ ਨਾਲ ਸਮਝਾਓ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ। ਉਸਨੇ ਕਿਹਾ ਕਿ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ, ਪਰ ਹੁਣ ਨਹੀਂ, ਸਮਾਂ ਆਉਣ ਤੇ ਮੈਂ ਤੁਹਾਨੂੰ ਸਭ ਕੁਝ ਦੱਸਾਂਗੀ। ਅੱਛਾ, ਤੁਸੀਂ ਹੁਣ ਘਰ ਚਲੋ, ਕੱਲ ਮਿਲਦੇ ਹਾਂ। ਹੁਣ ਮੈਂ ਹਰ ਰੋਜ਼ ਉਸ ਨੂੰ ਮਿਲ ਰਹੀ ਸੀ ਕਿਉਂਕਿ ਉਹ ਵੀ ਇਸ ਪਾਰਕ ਵਿੱਚ ਆਉਂਦੀ ਸੀ। ਮੇਰਾ ਵੀ ਘਰ ਵਿੱਚ ਰਹਿਣ ਨੂੰ ਮਨ ਨਹੀਂ ਕਰਦਾ ਸੀ। ਸ਼ਾਇਦ ਉਸ ਬਜ਼ੁਰਗ ਔਰਤ ਦੇ ਬੋਲਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਫਿਰ ਇੱਕ ਦਿਨ ਉਹ ਬੁੱਢੀ ਮੇਰੇ ਘਰ ਆਈ। ਮੈਂ ਉਹਨਾਂ ਨੂੰ ਦੇਖਿਆ, ਨਮਸਕਾਰ ਕੀਤੀ ਅਤੇ ਉਹਨਾਂ ਵੱਲ ਤੁਰ ਪਈ।
ਪਰ ਮੇਰੀ ਮਾਂ ਨੇ ਮੇਰਾ ਰਾਹ ਰੋਕਿਆ ਤੇ ਕਿਹਾ, ਧੀ ਤੂੰ ਕੀ ਕਰ ਰਹੀ ਹੈ, ਅੰਦਰ ਜਾਓ, ਪਹਿਲਾਂ ਜਾ ਕੇ ਤਿਆਰ ਹੋ ਜਾਓ। ਤਾਂ ਮੈਂ ਕਿਹਾ, ਮੈਂ ਕਿਉਂ ਤਿਆਰ ਹੋ ਜਾਵਾਂ? ਫਿਰ ਮੇਰੀ ਮਾਂ ਨੇ ਕਿਹਾ, ਉਹ ਮਹਿਮਾਨ ਹੈ ਪਾਗਲ ਕੁੜੀ, ਉਹ ਔਰਤ ਤੇਰਾ ਰਿਸ਼ਤਾ ਲੈਣ ਆਈ ਹੈ, ਕੀ ਤੁਸੀਂ ਉਹਨਾਂ ਦੇ ਸਾਹਮਣੇ ਅਜਿਹਾ ਮੂੰਹ ਲੈ ਕੇ ਜਾਵੇਗੀ? ਮਾਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮੇਰੇ ਲਈ ਆਪਣੇ ਪੁੱਤਰ ਦਾ ਰਿਸ਼ਤਾ ਲੈ ਕੇ ਆਈ ਸੀ, ਪਰ ਇਹ ਕਿਵੇਂ ਹੋ ਸਕਦਾ ਹੈ? ਖੈਰ ਮੈਂ ਜਲਦੀ ਤਿਆਰ ਹੋ ਗਈ ਅਤੇ ਉਹਨਾਂ ਦੇ ਸਾਹਮਣੇ ਐਂ ਪੇਸ਼ ਹੋਈ ਜਿਵੇਂ ਮੈਂ ਉਸ ਨੂੰ ਜਾਣਦੀ ਨਹੀਂ ਸੀ। ਫਿਰ ਉਸ ਨੇ ਆਪ ਹੀ ਦੱਸਿਆ ਕਿ ਮੈਂ ਤੁਹਾਡੀ ਬੇਟੀ ਨੂੰ ਪਾਰਕ ਵਿੱਚ ਦੇਖਿਆ ਸੀ, ਬਹੁਤ ਵਧੀਆ ਬੱਚੀ ਹੈ। ਮੇਰੇ ਮਾਤਾ ਪਿਤਾ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸਨ। ਮੇਰਾ ਰਿਸ਼ਤਾ ਪ੍ਰਸ਼ਾਂਤ ਨਾਲ ਤੈਅ ਹੋ ਗਿਆ, ਪਰ ਮੈਂ ਉਸ ਨਾਲ ਬਹੁਤ ਗੁੱਸੇ ਸੀ ਕਿਉਂਕਿ ਮੈਂ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਹ ਸਾਰੇ ਹੱਸ ਰਹੇ ਸਨ ਅਤੇ ਗੱਲਾਂ ਕਰ ਰਹੇ ਸਨ। ਫਿਰ ਬੁੱਢੀ ਔਰਤ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਮੈਨੂੰ ਇੱਕ ਡੱਬਾ ਦਿੱਤਾ। ਮੰਮੀ ਨੇ ਕਿਹਾ, ਕੀ ਕਰ ਰਹੇ ਹੋ, ਕੀ ਲੋੜ ਹੈ? ਬਜ਼ੁਰਗ ਔਰਤ ਨੇ ਕਿਹਾ ਕਿ ਕੰਚਨ ਹੁਣ ਮੇਰੀ ਬੇਟੀ ਹੈ ਅਤੇ ਮੈਂ ਉਸ ਲਈ ਤੋਹਫਾ ਲੈ ਕੇ ਆਈ ਸੀ। ਪਰਿਵਾਰ ਵਾਲੇ ਬਹੁਤ ਖੁਸ਼ ਸਨ। ਸ਼ਾਮ ਤੱਕ ਇਹ ਮਾਮਲਾ ਚਰਚਾ ਵਿੱਚ ਰਿਹਾ। ਜਦੋਂ ਉਹ ਔਰਤ ਚਲੀ ਗਈ ਤਾਂ ਮੈਂ ਸਾਰਿਆਂ ਦੇ ਸਾਹਮਣੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਮੋਬਾਈਲ ਫੋਨ ਸੀ ਅਤੇ ਉਹ ਵੀ ਉੱਥੇ ਹੀ ਪਿਆ ਸੀ। ਮੇਰੇ ਮਾਤਾ ਪਿਤਾ ਇਸ ਸਮੇਂ ਮੋਬਾਈਲ ਦੇਖ ਕੇ ਖੁਸ਼ ਸਨ, ਪਰ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ। ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਕੁਝ ਦੇਰ ਬਾਅਦ ਮੇਰੇ ਮੋਬਾਈਲ ਤੇ ਕਾਲ ਆ ਰਹੀ ਸੀ। ਇਹ ਮੇਰੀ ਹੋਣ ਵਾਲੀ ਸੱਸ ਦਾ ਸੀ। ਉਸ ਨੇ ਮੈਨੂੰ ਬੁਲਾਇਆ ਅਤੇ ਫਿਰ ਜੋ ਉਸ ਨੇ ਮੈਨੂੰ ਦੱਸਿਆ ਉਹ ਸੁਣ ਕੇ ਮੈਂ ਘਬਰਾ ਗਈ। ਉਸ ਨੇ ਕਿਹਾ ਕਿ ਮੇਰੇ ਬੇਟੇ ਨੂੰ ਤੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ ਸੀ, ਇਸ ਲਈ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਤੁਹਾਨੂੰ ਆਪਣੀ ਨੂੰਹ ਬਣਾਉਣ ਦਾ ਫੈਸਲਾ ਕਿਉਂ ਕੀਤਾ ਹੈ। ਸੋ ਗੱਲ ਇਹ ਹੈ ਕਿ ਇਹ ਫੈਸਲਾ ਮੇਰੇ ਪੁੱਤਰ ਦਾ ਸੀ। ਉਹ ਤਾਂ ਪਹਿਲਾਂ ਹੀ ਤੈਨੂੰ ਦੇਖ ਕੇ ਮਰ ਮਿਟ ਗਿਆ ਸੀ, ਇਸ ਲਈ ਮੈਂ ਇਹ ਰਿਸ਼ਤਾ ਤੇਰੇ ਘਰ ਲੈ ਕੇ ਆਈ ਸੀ ਤੇ ਹੁਣ ਤੇਰੇ ਪਾਸੋਂ ਜਵਾਬ ਸੁਣਨਾ ਚਾਹੁੰਦੀ ਹਾਂ। ਮੈਂ ਤੁਹਾਡੇ ਮਾਪਿਆਂ ਤੋਂ ਇਸ ਰਿਸ਼ਤੇ ਲਈ ਹਾਂ ਸੁਣ ਲਈ ਹੈ, ਪਰ ਮੈਂ ਤੁਹਾਡੀ ਮਰਜ਼ੀ ਵੀ ਜਾਣਨਾ ਚਾਹੁੰਦੀ ਹਾਂ। ਪੁੱਤਰ, ਮੈਂ ਤੁਹਾਨੂੰ ਬਹੁਤ ਖੁਸ਼ ਰੱਖਾਂਗੀ। ਹੁਣ ਮੈਂ ਉਹਨਾਂ ਨੂੰ ਕੀ ਕਹਾਂ? ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਜਿਵੇਂ ਮੇਰੇ ਮਾਤਾ ਪਿਤਾ ਦੀ ਇੱਛਾ ਹੈ ਉਹੀ ਮੇਰੀ ਇੱਛਾ ਹੋਵੇਗੀ। ਉਹ ਇਸ ਗੱਲੋਂ ਵੀ ਬਹੁਤ ਖੁਸ਼ ਸੀ ਕਿ ਉਸ ਨੂੰ ਬਹੁਤ ਹੀ ਸੰਸਕਾਰੀ ਨੂੰਹ ਮਿਲੀ ਹੈ ਜੋ ਆਪਣੇ ਮਾਪਿਆਂ ਦੀ ਇੱਛਾ ਅਤੇ ਫੈਸਲਿਆਂ ਦਾ ਸਤਿਕਾਰ ਕਰਦੀ ਹੈ। ਖੈਰ, ਮੇਰੇ ਵਿਆਹ ਤੋਂ ਲੈ ਕੇ ਮੰਗਣੀ ਅਤੇ ਫਿਰ ਵਧਾਈ ਤੱਕ ਮੇਰੇ ਲਈ ਬਹੁਤ ਸਾਰੇ ਤੋਹਫੇ ਆਏ ਸਨ ਅਤੇ ਸਭ ਤੋਂ ਮਹਿੰਗੇ ਤੋਹਫਿਆਂ ਵਿੱਚੋਂ ਇੱਕ ਸਭ ਤੋਂ ਮਹਿੰਗਾ ਸੀ। ਗੱਲ ਇਹ ਸੀ ਕਿ ਉਹ ਸਾਰੇ ਤੋਹਫੇ ਪ੍ਰਸ਼ਾਂਤ ਦੀ ਤਰਫੋਂ ਆਏ ਸਨ ਅਤੇ ਇਸ ਦਾ ਸਾਫ਼ ਮਤਲਬ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਇੱਕ ਕਿਤਾਬ ਵਿੱਚ ਕਿਤੇ ਪੜ੍ਹਿਆ ਸੀ ਕਿ ਜੇ ਤੁਸੀਂ ਵਿਆਹ ਤੋਂ ਬਾਅਦ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਉਸ ਵਿਅਕਤੀ ਨਾਲ ਵਿਆਹ ਕਰੋ ਜੋ ਤੁਹਾਨੂੰ ਪਿਆਰ ਕਰਦਾ ਹੈ, ਨਾ ਕਿ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ। ਜੇ ਉਸ ਮੁੰਡੇ ਨੂੰ ਮੇਰੇ ਨਾਲ ਪਿਆਰ ਹੋ ਗਿਆ ਹੈ ਤਾਂ ਮੈਂ ਬਹੁਤ ਖੁਸ਼ਕਿਸਮਤ ਕੁੜੀ ਸੀ। ਉਹ ਸੁੰਦਰ ਸੀ, ਮੈਨੂੰ ਪਿਆਰ ਕਰਦਾ ਸੀ ਅਤੇ ਉਸ ਦੀ ਮਾਂ ਵੀ ਬਹੁਤ ਚੰਗੀ ਸੀ। ਉਸ ਦਾ ਪਰਿਵਾਰ ਵੀ ਛੋਟਾ ਸੀ। ਉਸ ਦੀ ਮਾਂ ਕਿਉਂਕਿ ਮੈਂ ਉਸ ਨੂੰ ਬਹੁਤ ਪਸੰਦ ਕਰਦੀ ਸੀ। ਜਣੀ ਮੇਰੀ ਸੱਸ ਪਹਿਲਾਂ ਹੀ ਮੇਰੀ ਸਹੇਲੀ ਸੀ। ਮੈਂ ਬਹੁਤ ਖੁਸ਼ ਸੀ। ਪਹਿਲਾਂ ਤਾਂ ਮੇਰਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਮੈਂ ਹੁਣ ਚੰਗਾ ਮਹਿਸੂਸ ਕਰ ਰਹੀ ਸੀ। ਖੈਰ, ਵਿਆਹ ਹੋ ਗਿਆ ਅਤੇ ਵਧਾਈ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਆ ਗਈ ਸੀ। ਮੇਰਾ ਕਮਰਾ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ। ਮੈਂ ਦੇਖ ਹੀ ਰਹੀ ਸੀ ਕਿ ਦਰਵਾਜ਼ੇ ਤੇ ਹਲਕੀ ਜਿਹੀ ਦਸਤਕ ਹੋਈ ਅਤੇ ਮੈਂ ਸਿੱਧੀ ਬੈਠ ਗਈ। ਪਰ ਉਸ ਸਮੇਂ ਪ੍ਰਸ਼ਾਂਤ ਨਹੀਂ, ਸਗੋਂ ਮੇਰੀ ਸੱਸ ਆਈ ਸੀ। ਉਹ ਮੇਰੇ ਕਮਰੇ ਵਿੱਚ ਆਈ। ਉਸਨੇ ਮੇਰਾ ਹੱਥ ਫੜਿਆ ਅਤੇ ਪਹਿਲਾਂ ਮੇਰੀ ਤਾਰੀਫ ਕੀਤੀ। ਫਿਰ ਉਸਨੇ ਮੈਨੂੰ ਪਿਆਰ ਕੀਤਾ ਅਤੇ ਕਿਹਾ, ਬੇਟੀ, ਮੈਂ ਤੁਹਾਨੂੰ ਕਿਹਾ ਸੀ ਕਿ ਰੱਬ ਤੁਹਾਨੂੰ ਇੱਕ ਬਹੁਤ ਵਧੀਆ ਕੰਮ ਕਰਨ ਦਾ ਮੌਕਾ ਦੇਣ ਵਾਲਾ ਹੈ ਅਤੇ ਕਿਸੇ ਨੇ ਸਹੀ ਰਸਤੇ ਤੇ ਲਿਆਉਣ ਦੀ ਪੁੰਨ ਦਾ ਕੰਮ ਹੈ। ਕਿਸੇ ਦੀ ਬੁਰਾਈ ਨੂੰ ਚੰਗਿਆਈ ਵਿੱਚ ਬਦਲਣਾ ਵੀ ਪੁੰਨ ਦਾ ਕੰਮ ਹੈ। ਜੇਕਰ ਕੋਈ ਵਿਅਕਤੀ ਮਾੜਾ ਹੈ ਅਤੇ ਤੁਸੀਂ ਉਸ ਨੂੰ ਇੱਕ ਚੰਗਾ ਵਿਅਕਤੀ ਬਣਾਉਂਦੇ ਹੋ, ਕੀ ਤੁਸੀਂ ਇਹ ਨਹੀਂ ਸੋਚਦੇ ਕਿ ਇਹ ਕਿੰਨਾ ਚੰਗਾ ਕੰਮ ਹੈ ਅਤੇ ਪਰਮੇਸ਼ਵਰ ਨੂੰ ਉਹ ਕੰਮ ਕਿੰਨਾ ਪਸੰਦ ਆਵੇਗਾ? ਮੇਰੀ ਸੱਸ ਦੀਆਂ ਇਹ ਗੱਲਾਂ ਸੁਣ ਕੇ ਮੈਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀ ਕਹਿ ਰਹੇ ਹੋ। ਜੋ ਤੁਸੀਂ ਕਹਿ ਰਹੇ ਹੋ ਉਹ ਬਹੁਤ ਵਧੀਆ ਹੈ, ਪਰ ਕਿਰਪਾ ਕਰਕੇ ਇਸ ਨੂੰ ਵਿਸਥਾਰ ਨਾਲ ਦੱਸੋ। ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗੀ। ਮੇਰੀ
ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਅਜੇ ਬਹੁਤ ਸਮਾਂ ਹੈ, ਇਸ ਘਰ ਵਿੱਚ ਹੌਲੀ-ਹੌਲੀ ਐਡਜਸਟ ਹੋ ਜਾਵਾਂਗੇ। ਪ੍ਰਸ਼ਾਂਤ ਦਾ ਰੂਟੀਨ ਹੈ ਕਿ ਉਹ ਸਵੇਰੇ ਦਫ਼ਤਰ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਆਉਂਦਾ ਹੈ। ਇਹ ਪੂਰਾ ਦਿਨ ਹੋਵੇਗਾ ਸਾਡੇ ਕੋਲ ਗੱਲ ਕਰਨ ਲਈ। ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੀ ਸੱਸ ਚੰਗੀ ਹੈ ਤਾਂ ਤੁਸੀਂ ਆਪਣੇ ਆਪ ਨੂੰ 50% ਖੁਸ਼ਕਿਸਮਤ ਸਮਝ ਸਕਦੇ ਹੋ। ਬਾਕੀ ਦੀ ਕਿਸਮਤ ਤੁਹਾਡੇ ਸੁਭਾਅ ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਪਤੀ ਵੀ ਚੰਗਾ ਹੋ। ਕੁਝ ਦੇਰ ਬਾਅਦ ਪ੍ਰਸ਼ਾਂਤ ਕਮਰੇ ਵਿੱਚ ਆਇਆ। ਜਦੋਂ ਉਸ ਦੇ ਹੱਥ ਵਿੱਚ ਸੂਟਕੇਸ ਸੀ ਤਾਂ ਮੇਰਾ ਦਿਲ ਖੁਸ਼ੀ ਨਾਲ ਫੁੱਟਣ ਲੱਗਾ। ਭਾਵ ਮੇਰਾ ਮੂੰਹ ਦਿਖਾਈ ਦਾ ਤੋਹਫਾ ਇੰਨਾ ਕੀਮਤੀ ਸੀ ਕਿ ਪ੍ਰਸ਼ਾਂਤ ਸੂਟਕੇਸ ਵਿੱਚ ਲਿਆਇਆ ਸੀ। ਨਹੀਂ ਤਾਂ ਅੱਜ ਰਾਤ ਸੂਟਕੇਸ ਦਾ ਕੀ ਕੰਮ ਸੀ। ਮੈਂ ਇਹਨਾਂ ਸੋਚਾਂ ਵਿੱਚ ਗੁਆਚ ਗਈ ਸੀ ਜਦੋਂ ਪ੍ਰਸ਼ਾਂਤ ਮੇਰੇ ਨੇੜੇ ਆਇਆ ਅਤੇ ਉਸਨੇ ਮੇਰੇ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਅਤੇ ਫਿਰ ਕਹਿਣ ਲੱਗਾ ਕਿ ਕੱਲ ਤੇਰਾ ਮੂੰਹ ਦਿਖਾਈ ਦਾ ਫੰਕਸ਼ਨ ਹੈ ਅਤੇ ਉਹ ਵੀ ਦਿਨ ਵੇਲੇ, ਇਸ ਲਈ ਤੁਸੀਂ ਹੁਣ ਥੱਕ ਗਏ ਹੋਵੋਗੇ। ਮੈਂ ਵੀ ਥੱਕ ਗਿਆ ਹਾਂ। ਅਸੀਂ ਅਜਿਹਾ ਕਰਦੇ ਹਾਂ ਕਿ ਅਸੀਂ ਸੋ ਜਾਂਦੇ ਹਾਂ। ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ। ਉਸ ਨੇ ਮੈਨੂੰ ਮਹਿਸੂਸ ਕੀਤਾ, ਪਰ ਇੱਕ ਗੱਲ ਬਹੁਤ ਬੁਰੀ ਲੱਗ ਰਹੀ ਸੀ। ਉਸਨੇ ਮੈਨੂੰ ਉਹ ਸੂਟਕੇਸ ਨਹੀਂ ਦਿੱਤਾ ਸੀ, ਸਗੋਂ ਅਲਮਾਰੀ ਵਿੱਚ ਰੱਖ ਦਿੱਤਾ ਸੀ। ਮੈਂ ਇਹ ਵੀ ਸੋਚਿਆ ਕਿ ਸ਼ਾਇਦ ਉਹ ਥੱਕਿਆ ਹੋਇਆ ਹੈ ਅਤੇ ਆਰਾਮ ਕਰਨਾ ਚਾਹੁੰਦਾ ਹੈ। ਉਹ ਕੱਲ ਮੈਨੂੰ ਮੇਰਾ ਤੋਹਫਾ ਦੇ ਦੇਵੇਗਾ। ਹੋ ਸਕਦਾ ਹੈ ਕਿ ਇਸ ਵਿੱਚ ਹਨੀਮੂਨ ਦੀ ਟਿਕਟ ਹੋਵੇ। ਇਹ ਸਭ ਸੋਚ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ। ਸਭ ਕੁਝ ਸ਼ਾਨਦਾਰ ਲੱਗ ਰਿਹਾ ਸੀ। ਮੇਰੇ ਪਿਤਾ ਅਤੇ ਮੇਰੀ ਸੱਸ ਵੀ ਬਹੁਤ ਖੁਸ਼ ਸਨ। ਪਰ ਫਿਰ ਅਗਲੀ ਰਾਤ ਕੁਝ ਅਜਿਹਾ ਹੋਇਆ ਜਿਸ ਨੂੰ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਹੈਰਾਨ ਸੀ, ਚਿੰਤਿਤ ਬੈਠੀ ਪ੍ਰਸ਼ਾਂਤ ਵੱਲ ਦੇਖ ਰਹੀ ਸੀ। ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੇਰੇ ਸਾਹਮਣੇ ਬੈਠ ਗਿਆ ਅਤੇ ਮੈਨੂੰ ਪੁੱਛਣ ਲੱਗਾ, ਤੂੰ ਠੀਕ ਹੈ? ਮੈਂ ਉਸ ਨੂੰ ਕਿਹਾ, ਹਾਂ ਮੈਂ ਠੀਕ ਹਾਂ। ਪਰ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ? ਕੁਝ ਸਮੇਂ ਬਾਅਦ ਉਸਨੇ ਉਹੀ ਸੂਟਕੇਸ ਚੁੱਕਿਆ, ਖੋਲ੍ਹਿਆ ਅਤੇ ਮੇਰੇ ਸਾਹਮਣੇ ਰੱਖ ਦਿੱਤਾ। ਮੈਂ ਹੈਰਾਨ ਸੀ। ਉਹ ਸੂਟਕੇਸ ਨੋਟਾਂ ਨਾਲ ਭਰਿਆ ਹੋਇਆ ਸੀ, ਮੁਸ਼ਕਲ ਨਾਲ ਬੰਦ ਸੀ। ਪ੍ਰਸ਼ਾਂਤ ਨੇ ਕੁਝ ਦੇਰ ਮੇਰੇ ਵੱਲ ਦੇਖਿਆ ਅਤੇ ਫਿਰ ਕਿਹਾ, ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਇੰਨੇ ਪੈਸੇ ਇਕੱਠੇ ਨਹੀਂ ਦੇਖੇ ਹੋਣਗੇ। ਮੈਂ ਕਿਹਾ, ਪਰ ਮੈਂ ਇਸ ਪੈਸਿਆਂ ਦਾ ਕੀ ਕਰਾਂ? ਪ੍ਰਸ਼ਾਂਤ ਨੇ ਕਿਹਾ ਕਿ ਹੁਣ ਜੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਧਿਆਨ ਨਾਲ ਸੁਣੋ ਅਤੇ ਇਸ ਨੂੰ ਇੱਕ ਪਲ ਲਈ ਵੀ ਮਜ਼ਾਕ ਨਾ ਸਮਝੋ। ਇਹ ਸਾਰਾ ਪੈਸਾ ਤੁਹਾਡਾ ਹੋ ਸਕਦਾ ਹੈ। ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਅਤੇ ਕਿਹਾ, ਤੁਹਾਡਾ ਕੀ ਮਤਲਬ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਕੀ ਕਰਨਾ ਪਵੇਗਾ? ਪ੍ਰਸ਼ਾਂਤ ਨੇ ਮੈਨੂੰ ਕਿਹਾ ਕਿ ਤੂੰ ਇੱਕ ਸਮਝਦਾਰ ਕੁੜੀ ਹੈ। ਇਹ ਸਾਰਾ ਪੈਸਾ ਤਾਂ ਹੀ ਤੇਰਾ ਹੋ ਸਕਦਾ ਹੈ ਜੇਕਰ ਤੂੰ ਮੈਨੂੰ ਕੋਈ ਬਹਾਨਾ ਬਣਾ ਕੇ ਤਲਾਕ ਦੇ ਦੇਵੇਂ। ਸਾਡੇ ਵਿਆਹ ਦਾ ਦੂਜਾ ਦਿਨ ਸੀ। ਮੈਂ ਆਪਣੇ ਵਿਆਹ ਵਿੱਚ ਬਹੁਤ ਖੁਸ਼ ਸੀ। ਜਦੋਂ ਉਸਨੇ ਮੈਨੂੰ ਕਿਹਾ ਕਿ ਤਲਾਕ ਲੈ ਲਓ, ਮੇਰਾ ਤਾਂ ਦਿਲ ਟੁੱਟ ਗਿਆ। ਸਮਝ ਨਹੀਂ ਆਉਂਦੀ ਸੀ ਕਿ ਕੀ ਜਵਾਬ ਦੇਵਾਂ। ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਇਸ ਨੂੰ ਮਜ਼ਾਕ ਵਜੋਂ ਨਾ ਲਓ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕੀ ਕਰ ਰਹੇ ਹੋ? ਕੀ ਤੁਹਾਨੂੰ ਮੇਰੇ ਵਿੱਚ ਦਿਲਚਸਪੀ ਨਹੀਂ ਹੈ? ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ। ਤੂੰ ਤਾਂ ਮੇਰੇ ਲਈ دیਵਾਨਾ ਸੀ। ਤੁਸੀਂ ਹਰ ਰੋਜ਼ ਮੇਰੇ ਲਈ ਤੋਹਫੇ ਭੇਜਦੇ ਸੀ। ਜੇ ਤੁਸੀਂ ਮੈਨੂੰ ਵਿਆਹ ਦੇ ਦੂਜੇ ਦਿਨ ਹੀ ਤਲਾਕ ਦੇ ਦੇਣਾ ਸੀ ਤਾਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਮੇਰੀ ਗੱਲ ਸੁਣ ਕੇ ਪ੍ਰਸ਼ਾਂਤ ਨੇ ਕਿਹਾ ਕਿ ਮੈਂ ਤੁਹਾਨੂੰ ਕੋਈ ਤੋਹਫਾ ਨਹੀਂ ਭੇਜਿਆ। ਅਸਲ ਵਿੱਚ ਮੈਂ ਤੁਹਾਨੂੰ ਪਸੰਦ ਵੀ ਨਹੀਂ ਕੀਤਾ। ਇਸ ਦੇ ਉਲਟ ਤੁਸੀਂ ਮੈਨੂੰ ਪਸੰਦ ਕੀਤਾ ਅਤੇ ਤੁਸੀਂ ਹੀ ਮੈਨੂੰ ਇੱਕ ਤੋਹਫਾ ਭੇਜਿਆ ਸੀ। ਮੈਂ ਪ੍ਰਸ਼ਾਂਤ ਦੀ ਗੱਲ ਸੁਣ ਕੇ ਪਾਗਲ ਹੋ ਰਹੀ ਸੀ ਕਿਉਂਕਿ ਮੈਂ ਪ੍ਰਸ਼ਾਂਤ ਨੂੰ ਕਦੇ ਕੋਈ ਤੋਹਫਾ ਨਹੀਂ ਭੇਜਿਆ ਸੀ। ਮੇਰੇ ਕੋਲ ਤੋਹਫਾ ਖਰੀਦਣ ਲਈ ਵੀ ਪੈਸੇ ਨਹੀਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਨਾਲ ਕੋਈ ਗੇਮ ਖੇਡ ਰਿਹਾ ਹੋਵੇ। ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ? ਪ੍ਰਸ਼ਾਂਤ ਨੇ ਕਿਹਾ, ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ। ਜੇ ਤੁਸੀਂ ਮੈਨੂੰ ਤਲਾਕ ਦੇ ਦਿੰਦੇ ਹੋ ਤਾਂ 50 ਲੱਖ ਰੁਪਏ ਤੁਹਾਡੇ ਹੋ ਸਕਦੇ ਹਨ, ਪਰ ਬਦਲੇ ਵਿੱਚ ਤੁਹਾਨੂੰ ਮੈਨੂੰ ਤਲਾਕ ਦੇਣਾ ਪਵੇਗਾ, ਉਹ ਵੀ ਸਭ ਦੇ ਸਾਹਮਣੇ। ਅਤੇ ਮੈਂ ਇਹੋ ਜਿਹਾ ਹਾਂ। ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ, ਪਰ ਇਹ ਮੈਨੂੰ ਹੁਣੇ ਨਾ ਪੁੱਛੋ ਕਿਉਂਕਿ ਇਸ ਸਮੇਂ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਅਤੇ ਜੇਕਰ ਤੁਸੀਂ ਮੇਰੀ ਗੱਲ ਨਹੀਂ ਸੁਣਦੇ, ਇਸ ਲਈ ਜੇਕਰ ਮੈਂ ਕਿਸੇ ਤਰ੍ਹਾਂ ਤੁਹਾਡੀ ਜਾਨ ਬਚਾ ਸਕਦਾ ਹਾਂ ਤਾਂ ਬਿਹਤਰ ਹੈ ਕਿ ਤੁਸੀਂ ਮੇਰੀ ਗੱਲ ਮੰਨ ਲਓ। ਇਸ ਤਰ੍ਹਾਂ ਤੁਹਾਨੂੰ 50,000 ਰੁਪਏ ਦੀ ਵੱਡੀ ਰਕਮ ਵੀ ਮਿਲੇਗੀ। ਪ੍ਰਸ਼ਾਂਤ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਮੈਂ ਇਸ ਬਾਰੇ ਸੋਚ ਕੇ ਦੱਸਾਂਗੀ ਕਿਉਂਕਿ ਇਸ ਸਮੇਂ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ। ਮੈਂ ਪ੍ਰਸ਼ਾਂਤ ਤੋਂ 5 ਦਿਨ ਦਾ ਟਾਈਮ ਲੈ ਲਿਆ। ਪ੍ਰਸ਼ਾਂਤ ਨੇ ਕਿਹਾ, ਇਹ ਮਾਮਲਾ ਸਾਡੇ ਪਤੀ ਪਤਨੀ ਵਿਚਕਾਰ ਹੀ ਰਹਿਣਾ ਚਾਹੀਦਾ ਹੈ।
ਮੈਂ ਉਸ ਦੀਆਂ ਗੱਲਾਂ ਤੇ ਹੱਸ ਕੇ ਕਿਹਾ ਕਿ ਤੁਸੀਂ ਮੈਨੂੰ ਤਲਾਕ ਦੇਣ ਦੀ ਗੱਲ ਕਰ ਰਹੇ ਹੋ, ਮੇਰੀ ਜ਼ਿੰਦਗੀ ਉਜਾੜਨ ਦੀ ਗੱਲ ਕਰ ਰਹੇ ਹੋ ਅਤੇ ਮੈਨੂੰ ਕਿਸੇ ਨੂੰ ਨਾ ਵੀ ਦੱਸਣ ਦੀ ਗੱਲ ਕਰ ਰਹੇ ਹੋ। ਮੇਰੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਮੇਰਾ ਮਨ ਬਹੁਤ ਉਦਾਸ ਸੀ। ਉਸ ਨੇ ਕਿਹਾ ਕਿ ਮੈਂ ਤੁਹਾਡੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਤੁਹਾਡੇ ਤੋਂ ਵੱਖ ਹੋਣਾ ਚਾਹੁੰਦਾ ਹਾਂ। ਤੂੰ ਜੋ ਮਰਜ਼ੀ ਸੋਚ ਲੈ, ਪਰ ਮੈਂ ਵੀ ਬੇਵੱਸ ਹਾਂ। ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਅਗਲੇ ਦਿਨ ਵੀ ਮੈਂ ਇਹੀ ਸੋਚਦੀ ਰਹੀ, ਪ੍ਰਸ਼ਾਂਤ ਨੇ ਅਜਿਹਾ ਕਿਉਂ ਕਿਹਾ? ਜੇ ਉਸਨੇ ਮੈਨੂੰ ਤੋਹਫਾ ਨਹੀਂ ਭੇਜਿਆ ਤਾਂ ਕਿਸ ਨੇ ਭੇਜਿਆ? ਦਰਅਸਲ ਉਹ ਕਹਿ ਰਿਹਾ ਸੀ ਕਿ ਮੈਂ ਉਸ ਨੂੰ ਤੋਹਫੇ ਵੀ ਭੇਜਦੀ ਸੀ ਅਤੇ ਇਹ ਵੀ ਕਹਿ ਰਿਹਾ ਸੀ ਕਿ ਮੈਂ ਉਸ ਨੂੰ ਵਿਆਹ ਤੋਂ ਪਹਿਲਾਂ ਪਸੰਦ ਕੀਤਾ ਸੀ ਅਤੇ ਹੁਣ ਉਹ ਤਲਾਕ ਲੈਣ ਦੀ ਗੱਲ ਕਰ ਰਿਹਾ ਸੀ। ਜੇ ਉਹ ਚਾਹੁੰਦਾ ਤਾਂ ਇਹ ਸਕਿੰਟ ਵਿੱਚ ਮੈਨੂੰ ਤਲਾਕ ਦੇ ਸਕਦਾ ਸੀ। ਉਸ ਨੂੰ ਤਲਾਕ ਲੈਣ ਦਾ ਵੀ ਕੀ ਹੱਕ ਹੈ? ਫਿਰ ਉਹ ਮੈਨੂੰ ਇੰਨੀ ਵੱਡੀ ਰਕਮ ਕਿਉਂ ਦੇ ਰਿਹਾ ਹੈ? ਇਸ ਪੈਸੇ ਨਾਲ ਮੈਂ ਆਪਣੇ ਲਈ ਬਹੁਤ ਕੁਝ ਕਰ ਸਕਦੀ ਸੀ। ਮੈਂ ਇਸ ਰਿਸ਼ਤੇ ਨੂੰ ਅਤੇ ਵਿਆਹ ਨੂੰ ਵੀ ਭੁੱਲ ਸਕਦੀ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਹੁਣ ਤੱਕ ਹਰ ਚੀਜ਼ ਤੋਂ ਤਰਸ ਕੇ ਆਪਣੀ ਜ਼ਿੰਦਗੀ ਜੀ ਰਹੀ ਸੀ। ਸ਼ੁਰੂ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਵੀ ਅਮੀਰਾਂ ਦੀ ਜ਼ਿੰਦਗੀ ਜੀਵਾਂਗੀ ਅਤੇ ਜਦੋਂ ਮੈਨੂੰ ਇੰਨੀ ਦੌਲਤ ਮਿਲ ਰਹੀ ਹੈ ਤਾਂ ਕਿਉਂ ਨਾ ਮੈਂ ਇਸ ਨੂੰ ਤਲਾਕ ਦੇ ਕੇ ਆਰਾਮਦਾਇਕ ਜੀਵਨ ਬਤੀਤ ਕਰਾਂ। ਇਸ ਦਿਲ ਦਾ ਕੀ ਕਰਾਂਗੀ ਜੋ ਹੁਣ ਪ੍ਰਸ਼ਾਂਤ ਦੇ ਨਾਂ ਤੇ ਧੜਕਣ ਲੱਗ ਪਿਆ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਪ੍ਰਸ਼ਾਂਤ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ। ਮੇਰਾ ਮਨ ਉਸ ਸਮੇਂ ਮਸ਼ੀਨ ਵਾਂਗ ਚੱਲ ਰਿਹਾ ਸੀ। ਪਰ ਪ੍ਰਸ਼ਾਂਤ ਕਿਉਂ ਚਾਹੁੰਦਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿਆਂ? ਇਸ ਤਰ੍ਹਾਂ ਤਾਂ ਉਸ ਦੀ ਬਦਨਾਮੀ ਹੋਵੇਗੀ। ਜ਼ਾਹਿਰ ਹੈ ਜਦੋਂ ਮੈਂ ਉਸ ਤੋਂ ਤਲਾਕ ਮੰਗਦੀ ਤਾਂ ਮੈਨੂੰ ਉਸ ਦਾ ਕਾਰਨ ਵੀ ਦੱਸਣਾ ਪਵੇਗਾ। ਮੇਰੇ ਘਰ ਦੇ ਸਾਰੇ ਜੀ ਮੇਰੇ ਮਗਰ ਪੈ ਜਾਣਗੇ। ਜੇ ਇਹ ਸਭ ਕਰਕੇ ਮੈਂ ਪ੍ਰਸ਼ਾਂਤ ਦਾ ਨਾਂ ਵੀ ਬਦਨਾਮ ਕਰਾਂਗੀ ਤਾਂ ਮੇਰੀ ਵੀ ਸਭ ਦੇ ਸਾਹਮਣੇ ਬਦਨਾਮੀ ਹੋਵੇਗੀ। ਤਾਂ ਪੈਸੇ ਨਾਲ ਮੈਨੂੰ ਕਿਹੜੀ ਖੁਸ਼ੀ ਮਿਲੇਗੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਦੀ। ਉਦੋਂ ਪ੍ਰਸ਼ਾਂਤ ਨੇ ਇਹ ਵੀ ਕਿਹਾ ਸੀ ਕਿ ਇਹ ਗੱਲ ਕਿਸੇ ਨੂੰ ਨਾ ਦੱਸੋ, ਪਰ ਇਹ ਲੁਕਾਉਣ ਵਾਲੀ ਗੱਲ ਨਹੀਂ ਸੀ। ਪਰ ਹੁਣ ਤੱਕ ਮੈਂ ਇਹ ਗੱਲ ਸਭ ਤੋਂ ਛੁਪਾਈ ਹੋਈ ਸੀ। ਤੀਜੇ ਦਿਨ ਮੈਂ ਆਪਣੀ ਸੱਸ ਨੂੰ ਇਹ ਗੱਲ ਦੱਸਣ ਲਈ ਬਹੁਤ ਮਜਬੂਰ ਕੀਤਾ, ਉਹ ਵੀ ਇਸ ਲਈ ਕਿਉਂਕਿ ਉਸਨੇ ਮੈਨੂੰ ਰੋਂਦਿਆਂ ਦੇਖਿਆ ਸੀ। ਮੈਨੂੰ ਰੋਂਦੀ ਦੇਖ ਕੇ ਉਹ ਦੁਖੀ ਸੀ ਕਿ ਮੇਰੀ ਨਵੀਂ ਨੂੰ ਇਸ ਤਰ੍ਹਾਂ ਵਿਵਹਾਰ ਕਰ ਰਹੀ ਹੈ। ਉਸਨੇ ਮੇਰੇ ਨਾਲ ਸਹੁੰ ਖਾਧੀ ਅਤੇ ਫਿਰ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਉਹ ਆਪਣਾ ਸਿਰ ਫੜ ਕੇ ਇੱਕ ਪਾਸੇ ਬੈਠ ਗਈ ਅਤੇ ਫਿਰ ਮੈਨੂੰ ਕੁਝ ਅਜਿਹਾ ਕਿਹਾ ਜਿਸ ਨਾਲ ਮੈਂ ਹੈਰਾਨ ਰਹਿ ਗਈ। ਅਤੇ ਫਿਰ ਉਹ ਸਮਾਂ ਆਇਆ ਜਦੋਂ ਮੇਰੇ ਪਤੀ ਤੋਂ ਮੰਗਿਆ ਸਮਾਂ ਖਤਮ ਹੋ ਗਿਆ ਸੀ। ਰਾਤ ਨੂੰ ਪ੍ਰਸ਼ਾਂਤ ਕਮਰੇ ਵਿੱਚ ਆਇਆ। ਇਸ ਤੋਂ ਪਹਿਲਾਂ ਪ੍ਰਸ਼ਾਂਤ ਨੇ ਕਮਰੇ ਵਿੱਚ ਪੈਰ ਵੀ ਨਹੀਂ ਪਾਇਆ ਸੀ। ਉਹ ਮੈਨੂੰ ਆਪਣੀ ਮਾਂ ਦੇ ਸਾਹਮਣੇ ਇਸ ਤਰ੍ਹਾਂ ਬੁਲਾਉਂਦਾ ਸੀ ਜਿਵੇਂ ਉਹ ਮੇਰੇ ਲਈ ਪਾਗਲ ਹੋਵੇ ਅਤੇ ਮੈਨੂੰ ਬਹੁਤ ਪਿਆਰ ਕਰਦਾ ਹੋਵੇ। ਪ੍ਰਸ਼ਾਂਤ ਨੇ ਪੈਸਿਆਂ ਨਾਲ ਭਰਿਆ ਸੂਟਕੇਸ ਮੇਰੇ ਸਾਹਮਣੇ ਰੱਖਿਆ ਅਤੇ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਆਪਣਾ ਫੈਸਲਾ ਲੈ ਲਿਆ ਹੈ। ਫਿਰ ਮੇਰੇ ਕੋਲ ਸਮਾਂ ਬਰਬਾਦ ਕਰਨ ਦਾ ਸਮਾਂ ਨਹੀਂ ਹੈ। ਹੁਣ ਕੋਈ ਡਰਾਮਾ ਨਾ ਕਰੋ, ਬਸ ਉਹੀ ਕਰੋ ਜੋ ਮੈਂ ਤੁਹਾਨੂੰ ਕਿਹਾ ਸੀ ਅਤੇ ਦੱਸੋ ਕਿ ਤੁਸੀਂ ਇਹ ਸਭ ਕਿਵੇਂ ਕਰੋਗੇ। ਮੈਂ ਕਿਹਾ, ਠੀਕ ਹੈ, ਜਿਵੇਂ ਤੁਸੀਂ ਚਾਹੋਗੇ ਉਸ ਤਰ੍ਹਾਂ ਹੀ ਹੋਵੇਗਾ, ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ। ਉਹ ਹੈਰਾਨ ਸੀ ਕਿ ਇਸ ਸਮੇਂ ਅਜਿਹਾ ਕਰਨਾ ਜ਼ਰੂਰੀ ਸੀ। ਮੈਂ ਕਿਹਾ, ਇਹ ਬਿਲਕੁਲ ਜ਼ਰੂਰੀ ਹੈ ਕਿਉਂਕਿ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਬਦਲ ਲਓ। ਪ੍ਰਸ਼ਾਂਤ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਮੈਂ ਆਪਣਾ ਫੈਸਲਾ ਕਦੇ ਨਹੀਂ ਬਦਲਾਂਗਾ। ਮੈਂ ਆਪਣੇ ਪਤੀ ਦੀਆਂ ਅੱਖਾਂ ਦੇ ਸਾਹਮਣੇ ਇੱਕ ਹੋਰ ਸੂਟਕੇਸ ਰੱਖ ਦਿੱਤਾ ਜੋ ਉਸ ਸੂਟਕੇਸ ਤੋਂ ਥੋੜਾ ਛੋਟਾ ਸੀ। ਜਦੋਂ ਉਸਨੇ ਸੂਟਕੇਸ ਖੋਲ੍ਹਿਆ ਤਾਂ ਉਹ ਹੈਰਾਨ ਹੋ ਗਿਆ। ਮੈਂ ਕਿਹਾ, ਸ਼ਾਇਦ ਹੁਣ ਤੁਸੀਂ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਵੋਗੇ। ਸੂਟਕੇਸ ਅੰਦਰ ਰੱਖੀਆਂ ਚੀਜ਼ਾਂ ਦੇਖ ਕੇ ਉਸ ਕੋਲ ਕਹਿਣ ਲਈ ਕੁਝ ਨਹੀਂ ਬਚਿਆ। ਮੈਨੂੰ ਯਾਦ ਆ ਗਿਆ ਕਿ ਉਸ ਦਿਨ ਪ੍ਰਸ਼ਾਂਤ ਦੀ ਮਾਂ ਨੇ ਮੈਨੂੰ ਕੀ ਕਿਹਾ ਸੀ। ਉਸਨੇ ਮੈਨੂੰ ਦੱਸਿਆ ਕਿ ਜੋ ਵੀ ਪ੍ਰਸ਼ਾਂਤ ਦੇ ਨਾਮ ਤੇ ਤੁਹਾਨੂੰ ਤੋਹਫੇ ਭੇਜਦੀ ਸੀ ਅਤੇ ਮੈਂ ਹੀ ਭੇਜਦੀ ਸੀ। ਮੈਂ ਚਾਹੁੰਦੀ ਸੀ ਕਿ ਤੁਸੀਂ ਲੋਕ ਇਹ ਸਮਝੋ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ। ਤੁਹਾਨੂੰ ਦੋਵਾਂ ਨੂੰ ਵਿਆਹ ਤੋਂ ਪਹਿਲਾਂ ਪਿਆਰ ਦਾ ਰਿਸ਼ਤਾ ਬਣਾਉਣਾ ਚਾਹੀਦਾ ਹੈ ਤਾਂ ਜੋ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਜਾਵੇ। ਯਾਦ ਰੱਖੋ, ਮੈਂ ਕਿਹਾ ਸੀ ਕਿ ਤੁਸੀਂ ਬਹੁਤ ਨੇਕ ਕੰਮ ਕਰਨਾ ਹੈ, ਕਿਸੇ ਨੂੰ ਸਹੀ ਰਸਤੇ ਤੇ ਲਿਆਉਣਾ ਪੈਂਦਾ ਹੈ। ਦਰਅਸਲ ਮੈਂ ਉਸ ਸਮੇਂ ਆਪਣੇ ਬੇਟੇ ਦੀ ਗੱਲ ਕਰ ਰਹੀ ਸੀ। ਮੇਰੇ ਪੁੱਤਰ ਕੋਲ ਬਹੁਤ ਧਨ ਹੈ ਪਰ ਉਸ ਨੂੰ ਦੌਲਤ ਦਾ ਕੋਈ ਗਿਆਨ ਨਹੀਂ ਹੈ। ਉਹ ਇਸ ਦੌਲਤ ਨੂੰ ਦੋਹਾਂ ਹੱਥਾਂ ਨਾਲ ਬਰਬਾਦ ਕਰ ਰਿਹਾ ਹੈ। ਮੈਂ ਉਸ ਦੇ ਲਈ ਇੱਕ ਵਸੀਅਤ ਲਿਖੀ ਹੈ ਜਿਸ ਦੇ ਅਨੁਸਾਰ ਜਿਵੇਂ ਹੀ ਉਸ ਦਾ ਵਿਆਹ ਹੋਵੇਗਾ ਉਸ ਦੀ ਸਾਰੀ ਦੌਲਤ ਉਸ ਦੀ ਪਤਨੀ ਕੋਲ ਚਲੀ ਜਾਵੇਗੀ। ਭਾਵੇਂ ਉਸ ਨੂੰ ਪੈਸਾ ਖਰਚ ਕਰਨਾ ਪਵੇ, ਉਹ ਆਪਣੀ ਪਤਨੀ ਦੀ ਮਦਦ ਤੋਂ ਬਿਨਾਂ ਨਹੀਂ ਮਿਲੇਗਾ।
ਇਸੇ ਲਈ ਉਹ ਤੁਹਾਡੇ ਤੇ ਇਹ ਚਾਲ ਖੇਡ ਰਿਹਾ ਸੀ। ਤੈਨੂੰ ਪੈਸੇ ਦੇ ਕੇ ਮੈਂ ਤੈਨੂੰ ਤਲਾਕ ਦੇਣ ਲਈ ਮਜਬੂਰ ਕਰਨਾ ਚਾਹੁੰਦਾ ਸੀ, ਕਿਉਂਕਿ ਵਸੀਅਤ ਮੁਤਾਬਕ ਮੇਰਾ ਪੁੱਤਰ ਤੈਨੂੰ ਤਲਾਕ ਵੀ ਨਹੀਂ ਦੇ ਸਕਦਾ ਸੀ। ਤਲਾਕ ਮੰਗਿਆ ਤਾਂ ਉਹ ਕਹਿੰਦਾ ਮੈਂ ਕੀ ਕਰਾਂ ਜਦੋਂ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਤਰ੍ਹਾਂ ਉਸ ਦੀ ਆਜ਼ਾਦੀ ਮੁੜ ਪ੍ਰਾਪਤ ਹੋ ਜਾਵੇਗੀ। ਮੈਂ ਆਪਣੀ ਸੱਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਜਿਹਾ ਨਾ ਕਰੋ, ਕਿਉਂਕਿ ਇਸ ਤਰ੍ਹਾਂ ਤੁਸੀਂ ਉਸ ਦਾ ਵਿਆਹ ਕਰਵਾਉਂਦੇ ਰਹੋਗੇ ਅਤੇ ਉਹ ਉਸ ਨੂੰ ਪੈਸੇ ਦੇਵੇਗਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਤੋਂ ਕੱਢਣ ਲਈ ਕੁਝ ਵੀ ਕਰੇਗਾ। ਮੇਰੀ ਸੱਸ ਨੇ ਮੇਰੇ ਕਹਿਣ ਤੇ ਇਹ ਹੋਰ ਵਸੀਅਤ ਲਿਖੀ ਸੀ। ਇਸ ਹਿਸਾਬ ਨਾਲ ਪ੍ਰਸ਼ਾਂਤ ਆਪਣੀ ਮਰਜ਼ੀ ਅਨੁਸਾਰ ਆਪਣੀ ਦੌਲਤ ਖਰਚ ਕਰ ਸਕਦਾ ਸੀ, ਪਰ ਜਦੋਂ ਤੱਕ ਮੈਂ ਉਸ ਦੀ ਪਤਨੀ ਰਹੀ, ਮੇਰੀ ਸੱਸ ਦੀ ਲਿਖੀ ਨਵੀਂ ਵਸੀਅਤ ਮੇਰੇ ਪਤੀ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ ਅਤੇ ਇਸ ਵਿੱਚ ਗੜਬੜ ਵੇਖ ਕੇ ਮੇਰੇ ਪਤੀ ਆਪਣਾ ਸਿਰ ਫੜ ਕੇ ਬੈਠ ਗਏ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਫਿਰ ਮੈਂ ਉਸ ਨੂੰ ਸਮਝਾਇਆ ਕਿ ਵਿਆਹ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਹੁੰਦਾ। ਦੇਖੋ, ਮੈਂ ਤੁਹਾਨੂੰ ਪਸੰਦ ਕਰਦੀ ਹਾਂ, ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ, ਤੁਹਾਨੂੰ ਕਦੇ ਪਰੇਸ਼ਾਨ ਨਹੀਂ ਕਰਾਂਗੀ। ਮੈਂ ਹਮੇਸ਼ਾ ਤੁਹਾਡਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗੀ। ਮੈਂ ਹਮੇਸ਼ਾ ਤੁਹਾਡੇ ਪ੍ਰਤੀ ਵਫਾਦਾਰ ਰਹਾਂਗੀ। ਮੇਰੇ ਪਤੀ ਨੇ ਗੁੱਸੇ ਵਿੱਚ ਛੱਡ ਦਿੱਤਾ ਅਤੇ 2 ਦਿਨਾਂ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ। ਮੇਰਾ ਪਤੀ ਕਮਰਾ ਛੱਡ ਗਿਆ ਅਤੇ 2 ਦਿਨ ਮੇਰਾ ਪਤੀ ਕਮਰੇ ਤੋਂ ਬਾਹਰ ਚਲਾ ਗਿਆ ਅਤੇ 2 ਦਿਨ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ। ਪਰ ਫਿਰ ਆਪਣੀ ਮਾਂ ਦੇ ਕਹਿਣ ਤੋਂ ਬਾਅਦ ਉਸਨੇ ਮੇਰੇ ਅਤੇ ਉਸ ਦੀ ਮਾਂ ਤੋਂ ਮਾਫੀ ਮੰਗੀ ਅਤੇ ਮੈਨੂੰ ਛੱਡਣ ਦਾ ਇਰਾਦਾ ਛੱਡ ਦਿੱਤਾ। ਅਸੀਂ ਹਨੀਮੂਨ ਲਈ ਵੀ ਗਏ ਸੀ। ਜਦੋਂ ਅਸੀਂ ਵਾਪਸ ਆਏ ਤਾਂ ਅਸੀਂ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਮੋਹਿਤ ਹੋ ਗਏ। ਬੜੀ ਸਮਝ ਨਾਲ ਅਤੇ ਆਪਣੀ ਸੱਸ ਦੇ ਜ਼ੋਰ ਪਾਉਣ ਤੇ ਮੈਂ ਆਪਣੇ ਪਤੀ ਨੂੰ ਮਨਾ ਲਿਆ। ਉਸ ਦਾ ਪਹਿਲਾਂ ਵਾਲਾ ਜੀਵਨ ਬਹੁਤ ਹੀ ਵਿਗੜਿਆ ਹੋਇਆ ਸੀ। ਉਸ ਕੋਲ ਪੈਸੇ ਨਹੀਂ ਸਨ, ਇਸ ਲਈ ਮੇਰੀ ਸੱਸ ਉਸ ਦਾ ਵਿਆਹ ਮੇਰੇ ਨਾਲ ਕੀਤਾ ਸੀ। ਹੁਣ ਪ੍ਰਸ਼ਾਂਤ ਮੇਰੇ ਤੋਂ ਬਹੁਤ ਖੁਸ਼ ਹੈ। ਉਸ ਲਈ ਅਜਿਹਾ ਚੰਗਾ ਸਾਥੀ ਲੱਭਣ ਲਈ ਉਹ ਆਪਣੀ ਮਾਂ ਦਾ ਧੰਨਵਾਦ ਕਰਦਾ ਹੈ। ਸੋ ਦੋਸਤੋ, ਅੱਜ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਹੋ ਜਿਹੀ ਲੱਗੀ? ਜੇਕਰ ਤੁਹਾਨੂੰ ਇਹ ਚੰਗੀ ਲੱਗੀ ਤਾਂ ਕਿਰਪਾ ਕਰਕੇ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਹੈ ਜਾਂ ਨਹੀਂ। ਅੱਜ ਤੱਕ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਦੋਸਤੋ ਅਗਲੀ ਇਸ ਨਵੀਂ ਕਹਾਣੀ